हाँ जी, की हाल चाल आ सारिਆਂ ਦਾ? ठीक ठाक हो? ਅੱਜ ਨਵਾਂ ਚੈਪਟਰ ਸ਼ੁਰੂ ਕਰਨ ਲੱਗੇ ਹਾਂ ਜੀ। ਪਿਛਲੇ ਲੈਕਚਰ ਦੇ ਵਿੱਚ ਪਿਛਲਾ ਜਿਹੜਾ ਆਪਾਂ ਕੀਤਾ ਕੋਆਰਡੀਨੇਸ਼ਨ ਕੰਪਾਊਂਡ ਪੂਰਾ ਡਿਟੇਲ 'ਚ ਹੋ ਚੁੱਕਿਆ ਸੀ, ਖਤਮ ਹੋ ਗਿਆ, ਟੈਸਟ ਵੀ ਹੋ ਗਿਆ। ਨੈਕਸਟ ਅੱਜ ਆਪਾਂ ਚੈਪਟਰ ਜਿਹੜਾ ਹੈਗਾ ਸ਼ੁਰੂ ਕਰਨ ਲੱਗੇ ਹਾਂ ਸੋਲਿਡ ਸਟੇਟ। ਸੋਲਿਡ ਸਟੇਟ ਚੈਪਟਰ ਦੇ ਵਿੱਚ ਥਿਊਰੀ ਵੀ ਹੈਗੀ ਹੈ ਔਰ ਬਹੁਤ ਇੰਟਰਸਟਿੰਗ ਚੈਪਟਰ ਹੈ। ਸ਼ਾਰਟਕਟ ਬਹੁਤ ਨੇ ਇਹਦੇ 'ਚ, ਟ੍ਰਿਪ ਜਿਹੜੀਆਂ ਹੈਗੀਆਂ ਨੇ, ਟ੍ਰਿਕਸ ਕਾਫੀ ਨੇਗੀਆਂ, ਮੈਂ ਤੁਹਾਨੂੰ ਦੱਸੂਗਾ ਸਟੈਪ ਬਾय ਸਟੈਪ। ਬੜਾ ਸਕੋਰਿੰਗ ਚੈਪਟਰ ਹੈ, ਧਿਆਨ ਨਾਲ ਸਮਝ ਲਿਓ। ਸਟਾਰਟਿੰਗ ਫਸਟ ਲੈਕਚਰ ਸਮਝ ਆ ਗਿਆ, ਸਮਝ ਲਓ ਸਾਰਾ ਹੀ ਚੱਲ ਪਿਆ ਚੈਪਟਰ। ਸਟਾਰਟ ਕਰਦੇ ਹਾਂ, ਲਿਖਣਾ ਸ਼ੁਰੂ ਕਰ ਦਿਓ। ਥਿਊਰੀ ਹੈ ਥੋੜ੍ਹੀ ਜਿਹੀ ਸਟਾਰਟਿੰਗ ਦੇ ਵਿੱਚ। ਸੋਲਿਡ ਸਟੇਟ ਸਟਾਰਟਿੰਗ ਲਿਖੋ। ਸੋਲਿਡ ਸਟੇਟ ਵੈਸੇ ਹੁੰਦੀ ਕੀ ਹੈ? ਦੇਖੋ, ਮੈਟਰ ਦੀਆਂ ਮੇਨ ਜੇ ਆਪਾਂ ਗੱਲ ਕਰੀਏ ਤਾਂ 3 ਸਟੇਟ ਹੁੰਦੀਆਂ, ਵੈਸੇ ਤਾਂ 5 ਹੁੰਦੀਆਂ ਨੇ। ਚਲੋ ਆਪਾਂ ਸਿੰਪਲ ਜਿਹਾ ਦੱਸਦੇ ਹਾਂ। ਸੋਲਿਡ ਦਾ ਜਿਹੜਾ ਮੇਨ ਹੁੰਦਾ ਹੈਗਾ ਡੈਫੀਨੇਟ ਸ਼ੇਪ, ਸਾਈਜ਼, ਵੋਲੀਅਮ, ਇਹ ਲਿਖ ਲਓ ਤੁਸੀਂ ਬ੍ਰੈਕਟ ਦੇ ਵਿੱਚ। ਅਤੇ ਸਭ ਤੋਂ ਮੇਨ ਪੁਆਇੰਟ ਇਹ 'ਚ ਲਿਖੋ ਸੋਲਿਡ ਕੀ ਹੁੰਦਾ? ਸਬਸਟਾਂਸ ਹੂਜ਼ ਮੈਲਟਿੰਗ ਪੁਆਇੰਟ ਅਬਵ ਰੂਮ ਟੈਂਪਰੇਚਰ। ਮੈਲਟਿੰਗ ਪੁਆਇੰਟ ਰੂਮ ਟੈਂਪਰੇਚਰ ਤੋਂ ਉੱਪਰ ਹੁੰਦਾ ਹੈ। ਠੀਕ ਹੈ ਜੀ। ਹੁਣ ਸੋਲਿਡ ਤੁਹਾਡੇ +2 ਦੇ ਵਿੱਚ ਜਿਹੜੇ ਸੋਲਿਡ 2 ਟਾਈਪ ਦੇ ਆ ਜਾਣਗੇ। ਸੋਲਿਡ ਸਟੇਟ ਦੀ ਇਨੀ ਡੈਫੀਨੇਸ਼ਨ ਲਿਖਣ ਤੋਂ ਬਾਅਦ 2 ਟਾਈਪ ਦੇ ਸੋਲਿਡ ਆ ਜਾਣਗੇ। ਇੱਕ ਤਰਫ ਤੁਸੀਂ ਬਣਾ ਲਓ, ਇੱਦਾਂ ਹੀ ਸ਼ੁਰੂ ਕਰ ਲੈਣਾ। ਇੱਕ ਤਰਫ ਕ੍ਰਿਸਟੇਲਾਈਨ ਸੋਲਿਡ, ਦੂਸਰੀ ਤਰਫ ਅਮੋਰਫੀਅਸ ਸੋਲਿਡ। ਕ੍ਰਿਸਟੇਲਾਈਨ ਅਤੇ ਅਮੋਰਫੀਅਸ 2 ਕੈਟਾਗਰੀ ਆ ਗਈਆਂ। ਕ੍ਰਿਸਟੇਲਾਈਨ ਵਾਲੇ ਕੇਸਿਸ ਦੇ ਵਿੱਚ ਲਿਖੋ ਇਹਦੀਆਂ ਡੈਫੀਨੇਸ਼ਨ, ਜਿਹੜੇ ਇਹਦੇ ਪੁਆਇੰਟਸ ਨੇ ਲਿਖੋ। ਕ੍ਰਿਸਟੇਲਾਈਨ ਦੇ ਕੇਸ ਤੁਸੀਂ ਲਿਖੋਗੇ solid ਜਾਂ type of solid in which constituent particles are regularly arranged। constituent particle ਕੁਝ ਵੀ ਹੋ ਸਕਦੇ ਨੇ, ਐਟਮ, ਆਇਨ, ਮੋਲੀਕਿਊਲ, ਕੁਝ ਵੀ ਹੋ ਸਕਦੇ ਨੇ। ਰੈਗੂਲਰਲੀ ਅਰੇਂਜ ਹੁੰਦੇ ਨੇ। ਸੈਕੰਡ ਪੁਆਇੰਟ ਇਹਨਾਂ ਦਾ ਸ਼ਾਰਪ ਮੈਲਟਿੰਗ ਤੇ ਬੋਇਲਿੰਗ ਪੁਆਇੰਟ ਹੁੰਦਾ ਹੈ। ਥਰਡ ਪੁਆਇੰਟ ਇਹਨਾਂ ਜੇ ਇਹ ਹਾਈਲਾਈਟ ਕਰਕੇ ਲਿਖ ਲਓ, ਦੇ ਆਰ ਅਨਆਈਸੋਟ੍ਰੋਪਿਕ। ਅਨਆਈਸੋਟ੍ਰੋਪਿਕ, ਅਨਆਈਸੋਟ੍ਰੋਪਿਕ। ਨੈਕਸਟ ਮੈਲਟਿੰਗ ਬੋਇਲਿੰਗ ਪੁਆਇੰਟ ਹਾਈ ਹੁੰਦਾ। ਪਹਿਲਾਂ ਲਿਖਾਇਆ ਸੀ ਸ਼ਾਰਪ ਹੁੰਦਾ, ਹੁਣ ਹਾਈ ਹੁੰਦਾ। ਅਨਆਈਸੋਟ੍ਰੋਪਿਕ ਹੁੰਦੇ ਨੇ ਕ੍ਰਿਸਟੇਲਾਈਨ ਜਿਹੜੇ ਹੁੰਦੇ ਨੇ। ਇਹਦੀ ਐਗਜ਼ਾਮਪਲ ਜਿਵੇਂ ਤੁਸੀਂ ਕੋਈ ਵੀ ਲੈ ਲਓ, ਜਿਵੇਂ ਆਇਰਨ, ਕੋਬਾਲਟ, ਨਿਕਲ ਜਾਂ ਕੁਆਰਟਸ, ਇਹਦੀ ਐਗਜ਼ਾਮਪਲ ਆ ਗਈ। ਉਸ ਤੋਂ ਬਾਅਦ ਮੈਂ ਦੂਸਰੀ ਤਰਫ ਉਹਨੂੰ ਲਿਖਾਉਣਾ ਅਮੋਰਫੀਅਸ ਵਾਲੀ ਸਾਈਡ 'ਤੇ ਲਿਖੋ। ਜਦੋਂ ਕੌਂਸਟੀਟਿਊਐਂਟ ਪਾਰਟੀਕਲਸ ਰੈਗੂਲਰਲੀ ਅਰੇਂਜਡ ਨਹੀਂ ਹੁੰਦੇ, ਵੈਨ ਕੌਂਸਟੀਟਿਊਐਂਟ ਪਾਰਟੀਕਲਸ ਆਰ ਨਾਟ ਰੈਗੂਲਰਲੀ ਅਰੇਂਜਡ, ਉਹ ਅਮੋਰਫੀਅਸ ਬਣ ਜਾਂਦੇ ਨੇ। ਇਹਦੇ ਵਿੱਚ ਇਹਨਾਂ ਦਾ ਡੂ ਨੋਟ ਹੈਵ ਸ਼ਾਰਪ ਮੈਲਟਿੰਗ ਐਂਡ ਬੋਇਲਿੰਗ ਪੁਆਇੰਟ, ਦੇ ਹੈਵ ਲੋ ਮੈਲਟਿੰਗ ਐਂਡ ਬੋਇਲਿੰਗ ਪੁਆਇੰਟ। ਅਤੇ ਮੇਨ ਪੁਆਇੰਟ ਜਿਹੜਾ ਦੇ ਆਰ ਆਈਸੋਟ੍ਰੋਪਿਕ। ਇਹਨੂੰ ਹਾਈਲਾਈਟ ਕਰਕੇ ਅਨਆਈਸੋਟ੍ਰੋਪਿਕ ਅਤੇ ਆਈਸੋਟ੍ਰੋਪਿਕ ਹੁਣੇ ਤੁਹਾਨੂੰ ਸਮਝਾਊਂਗਾ। ਨਵਾਂ ਪੁਆਇੰਟ ਆਇਆ, ਦੇ ਆਰ ਆਈਸੋਟ੍ਰੋਪਿਕ। ਇਹਨਾਂ ਦੀ ਐਗਜ਼ਾਮਪਲ ਦੀ ਗੱਲ ਕਰਾਂਗੇ ਤਾਂ ਸਿੰਪਲ ਹੈ, ਰਬੜ ਲਿਖ ਲਓ, ਗਲਾਸ ਲਿਖ ਲਓ, ਇਹਨਾਂ ਦੀ ਐਗਜ਼ਾਮਪਲ ਹੈ। ਇੱਕ ਸਟਾਰ ਪੁਆਇੰਟ ਹੋਰ ਬਣਾ ਲਓ ਅਮੋਰਫੀਅਸ ਵਾਲੀ ਸਾਈਡ 'ਤੇ, ਦੇ ਆਲਸੋ ਨੋਨ ਐਸ, ਅਮੋਰਫੀਅਸ ਦੇ ਕੇਸ ਦੇ, ਸੁਪਰ ਕੂਲਡ ਲਿਕੁਇਡ ਔਰ ਸੁਡੋ ਸੋਲਿਡਸ। ਯਾਦ ਰੱਖ ਲਿਓ, ਅਮੋਰਫੀਅਸ ਦਾ 2 ਨਾਮ ਹੋਰ ਨੇ, ਸੁਪਰ ਕੂਲਡ ਲਿਕੁਇਡ ਅਤੇ ਸੁਡੋ ਸੋਲਿਡਸ, ਇਹਨਾਂ ਦੇ ਨਾਮ ਨੇ। ਐਗਜ਼ਾਮਪਲ ਵੀ ਤੁਹਾਨੂੰ ਲਿਖਾਤੀ, ਕ੍ਰਿਸਟੇਲਾਈਨ ਦੀ ਵੀ ਐਗਜ਼ਾਮਪਲ ਲਿਖਾਤੀ। ਹੁਣ ਜਿਹੜਾ ਨਵਾਂ ਪੁਆਇੰਟ ਆਇਆ ਸੀ ਪਹਿਲਾਂ, ਉਹਦੇ ਬਾਰੇ ਥੋੜ੍ਹਾ ਚਾਨਣਾ ਪਾਉਣਾ, ਆਈਸੋਟ੍ਰੋਪਿਕ ਅਤੇ ਅਨਆਈਸੋਟ੍ਰੋਪਿਕ। ਸਪੋਜ਼ ਮੇਰੇ ਕੋਲ ਇੱਕ ਸਿੰਪਲ ਜਿਹੀ ਐਗਜ਼ਾਮਪਲ ਲੈਣਾ, ਚਲੋ ਬਿਲਕੁਲ ਹੀ ਆਸਾਨ। ਪੋਜ਼ੀਟਿਵ ਨੈਗੇਟਿਵ, 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 ਪੋਜ਼ੀਟਿਵ ਨੈਗੇਟਿਵ। ਇਹ ਸਾਰਾ ਰੈਗੂਲਰਲੀ ਅਰੇਂਜ ਹੈ, ਚਾਹੇ ਤਾਂ ਲੈਫਟ ਟੂ ਰਾਈਟ ਜਾ ਵੜੋ, ਟੌਪ ਟੂ ਬਾਟਮ ਜਾ ਵੜੋ, ਰੈਗੂਲਰਲੀ ਅਰੇਂਜਡ ਹੈ। ਇਹ ਕਿਹੜਾ ਹੋ ਗਿਆ? ਕ੍ਰਿਸਟੇਲਾਈਨ ਹੋ ਗਿਆ। ਹੁਣ ਆਈਸੋਟ੍ਰੋਪਿਕ ਅਤੇ ਅਨਆਈਸੋਟ੍ਰੋਪਿਕ ਦਾ ਸਭ ਤੋਂ ਆਸਾਨ ਐਗਜ਼ਾਮਪਲ ਦਿੰਦਾ। ਲੈਟ ਮੈਂ ਇਸ ਸੋਲਿਡ ਦੇ ਵਿੱਚ ਇੱਦਾਂ ਮੂਵ ਕਰ ਰਿਹਾ, ਇਹਦੇ ਇੱਕ ਵਾਰੀ ਲੈਫਟ ਸਾਈਡ 'ਤੇ ਪੋਜ਼ੀਟਿਵ ਆ ਰਿਹਾ, ਰਾਈਟ 'ਤੇ ਨੈਗੇਟਿਵ, ਫਿਰ ਨੈਗੇਟਿਵ, ਫਿਰ ਪੋਜ਼ੀਟਿਵ, ਇੱਦਾਂ ਰੈਗੂਲਰਲੀ ਆ ਰਿਹਾ। ਬਟ ਇਸੇ ਸੋਲਿਡ ਦੇ ਵਿੱਚ ਮੈਂ ਲੈਟ ਇੱਦਾਂ ਮੂਵ ਕਰ ਰਿਹਾ ਤਾਂ ਕੀ ਓਬਜ਼ਰਵ ਕਰ ਰਿਹਾ? ਰਾਈਟ ਸਾਈਡ 'ਤੇ ਸਾਰਾ ਪੋਜ਼ੀਟਿਵ, ਲੈਫਟ ਸਾਈਡ 'ਤੇ ਸਾਰਾ ਨੈਗੇਟਿਵ। ਮੈਂ ਇੱਦਾਂ ਮੂਵ ਕਰਨ ਲੱਗ ਗਿਆ, ਰਾਈਟ ਸਾਈਡ 'ਤੇ ਪੋਜ਼ੀਟਿਵ, ਲੈਫਟ ਸਾਈਡ 'ਤੇ ਨੈਗੇਟਿਵ। ਕਹਿਣ ਦਾ ਭਾਵ ਸੋਲਿਡ ਦੇ ਵਿੱਚ ਹੀ ਜਦੋਂ ਡਾਇਰੈਕਸ਼ਨ ਚੇਂਜ ਹੋ ਕੇ ਮੂਵ ਕਰਦਾ
ਤਾਂ ਪ੍ਰੋਪਰਟੀਜ਼ ਚੇਂਜ ਹੋ ਰਹੀਆਂ ਨੇ, ਇਹਨਾਂ ਨੂੰ ਅਨਆਈਸੋਟ੍ਰੋਪਿਕ ਕਹਿੰਦੇ ਆ, ਮਤਲਬ ਹਰ ਡਾਇਰੈਕਸ਼ਨ 'ਚ ਸੇਮ ਪ੍ਰੋਪਰਟੀ ਨਹੀਂ ਹੈਗੀ। ਇਸ ਲਈ ਕ੍ਰਿਸਟਲਾਈਨ ਦੀ ਐਗਜ਼ਾਮਪਲ ਲਈ ਸੀ, ਔਰ ਕ੍ਰਿਸਟਲਾਈਨ ਤੁਹਾਨੂੰ ਅਨਆਈਸੋਟ੍ਰੋਪਿਕ ਲਿਖਾਇਆ ਸੀ। ਆਈਸੋਟ੍ਰੋਪਿਕ ਤੇ ਅਨਆਈਸੋਟ੍ਰੋਪਿਕ ਦੀ ਜੇ ਆਪਾਂ ਸਿੰਪਲ ਗੱਲ ਕਰੀਏ ਤਾਂ ਫਿਜ਼ੀਕਲ ਪ੍ਰੋਪਰਟੀਜ਼ ਹੁੰਦੀਆਂ, ਜਿਵੇਂ ਰਿਫਲੈਕਟਿਵ ਇੰਡੈਕਸ ਹੁੰਦਾ। ਇਹ ਪ੍ਰੋਪਰਟੀਜ਼ ਸੋਲਿਡ ਦੇ ਵਿਦਿਨ ਸੋਲਿਡ ਹੁੰਦੀਆਂ ਨੇ, ਵਿਦ ਚੇਂਜ ਇਨ ਡਾਇਰੈਕਸ਼ਨ। ਅਗਰ ਉਹਨਾਂ ਦਾ ਰਿਜ਼ਲਟ ਸੇਮ ਰਹਿੰਦਾ ਤਾਂ ਉਹ ਆਈਸੋਟ੍ਰੋਪਿਕ ਬਣ ਜਾਂਦਾ, ਅਗਰ ਸੇਮ ਨਹੀਂ ਰਹਿੰਦਾ ਤਾਂ ਅਨਆਈਸੋਟ੍ਰੋਪਿਕ ਬਣ ਜਾਂਦਾ। ਤਾਂ ਕ੍ਰਿਸਟਲਾਈਨ ਦੀ ਐਗਜ਼ਾਮਪਲ ਲਈਏ, ਅਨਆਈਸੋਟ੍ਰੋਪਿਕ ਨੇ। ਔਰ ਮੋਰਫੀਅਸ ਦੇ ਕੇਸ 'ਚ ਇਰੈਗੂਲਰ ਅਰੇਂਜ ਹੁੰਦੇ ਨੇ, ਤਾਂ ਉਹਨਾਂ ਦਾ ਰਿਜ਼ਲਟ ਕਿਸੇ ਵੀ ਡਾਇਰੈਕਸ਼ਨ ਦੇ ਵਿੱਚ ਤੁਸੀਂ ਮੂਵ ਕਰੋਗੇ ਤਾਂ ਸੇਮ ਰਹਿੰਦਾ ਹੈ, ਉਹ ਆਈਸੋਟ੍ਰੋਪਿਕ ਬਣ ਜਾਂਦੇ ਨੇ। ਹੋਪ ਕਿ ਤੁਹਾਨੂੰ ਸਮਝ ਆ ਗਿਆ ਹੋਊਗਾ ਆਈਸੋਟ੍ਰੋਪਿਕ ਤੇ ਅਨਆਈਸੋਟ੍ਰੋਪਿਕ। ਚਲੋ ਨੈਕਸਟ ਵਨ, ਮੈਂ ਕ੍ਰਿਸਟਲਾਈਨ ਨੂੰ ਅੱਗੇ ਤੁਹਾਡੇ ਸਿਲੇਬਸ ਦੇ ਵਿੱਚ ਮੋਰਫੀਅਸ ਸਿਰਫ ਇੰਨੇ ਕੀ ਨੇ, ਥੋੜ੍ਹੀ ਬਹੁਤ ਹੋਰ ਆਏਗੀ ਉੱਥੇ ਦੱਸੂਗਾ। ਸਿਰਫ ਕ੍ਰਿਸਟਲਾਈਨ ਨੂੰ ਅੱਗੇ ਫਰਦਰ ਐਕਸਟੈਂਡ ਕੀਤਾ ਹੋਇਆ ਇਹਨਾਂ ਨੇ। ਕ੍ਰਿਸਟਲਾਈਨ ਸੋਲਿਡ ਦੇ ਕੇਸ ਦੇ ਵਿੱਚ ਫਰਦਰ ਲਿਖ ਲਓ, ਦੇ ਆਰ ਫਰਦਰ ਜਿਹੜੇ ਹੈਗੇ ਨੇ 4 ਕੈਟਾਗਰੀ ਦੇ ਹੁੰਦੇ ਨੇ, 4 ਕੈਟਾਗਰੀ ਮੇਨ। ਫਸਟ ਵਨ ਆਇਨਿਕ ਕ੍ਰਿਸਟਲਾਈਨ ਸੋਲਿਡ, second one covalent crystalline solid, third one molecular crystalline solid, fourth one metallic crystalline solid। 4 ਕੈਟਾਗਰੀ। ਹੁਣ ਇਹਨਾਂ ਦੀ ਸਟੱਡੀ ਕਰਦੇ ਹਾਂ। ਪਹਿਲੀ ਗੱਲ ਕਰਦਾ ਮੈਂ ਆਇਨਿਕ ਕ੍ਰਿਸਟਲਾਈਨ ਸੋਲਿਡ ਦੀ, ਇਹਦੇ ਲਈ ਲਿਖੋ ਹੈਡਿੰਗ ਬਣਾ ਕੇ, they have iron as an constituent particles, ions as an constituent particles। आयन कुछ भी हो सकते हैं, कैटाइन भी हो सकते हैं, एनाइन भी हो सकते हैं। दे आर रेगुलरली अरेंज्ड, क्योंकि क्रिस्टलाइन च आ गया। दे हैव हाई मेल्टिंग एंड बॉइलिंग पॉइंट। अगे स्टार पॉइंट बना के लिख लो नैक्सट पॉइंट। मेल्टिंग एंड बॉइलिंग पॉइंट जिहड़ा हैगा आयनिक क्रिस्टलाइन सॉलिड दे विच इंक्रीजेस विद टेंपरेचर, इंक्रीजेस विद टेंपरेचर। जितना टेंपरेचर बढ़ाते जाओगे मेल्टिंग बॉइलिंग पॉइंट जिहड़ा हैगा, सॉरी, दे आर गुड कंडक्टर ऑफ इलैक्ट्रिसिटी, दे आर गुड कंडक्टर ऑफ इलैक्ट्रिसिटी। तो विद इंक्रीज इन टेंपरेचर जी कंडक्टेंस इंक्रीजेस, मेल्टिंग बॉइलिंग पॉइंट नहीं, कंडक्टेंस इंक्रीजेस। आयनिक क्रिस्टलाइन शार्प हो गया, हाई हो गया, गुड कंडक्टर हो गए, कंडक्टेंस टेंपरेचर के डायरैक्टली प्रोपोर्शनल हो गई। एग्जाम्पल जिमें NaCl ला लो, ठीक है जी। दे आर वाटर सॉल्यूबल, ये भी एक पॉइंट बना लो, दे आर वाटर सॉल्यूबल। दूसरी मैं गल करदा कि दी कोवलेंट क्रिस्टलाइन सॉलिड। कोवलेंट क्रिस्टलाइन सॉलिड दे विच दे हैव एटम्स एज एन कॉन्स्टिट्यूएंट पार्टिकल, they have covalent bond between them, they are directional in nature। 3D network बनता इन्हां दा, कोई ना कोई शेप बनती है। मेल्टिंग बॉइलिंग पॉइंट हाई बट लोअर दैन एज कंपेयर टू जिहड़ा आयनिक होएगा। आर नॉट गुड कंडक्टर ऑफ हीट एंड इलैक्ट्रिसिटी, एक्सैप्ट ये कुछ कुछ होणगे, जिवें आपां कोवलेंट दे विच ग्रेफाइट की गल करते हैं, वो कंडक्टर हैगी है, डायमंड नहीं हैगा। Low melting boiling point, do not have sharp melting and boiling point, do not soluble in water but soluble in organic solvents। Example diamond ते graphite लिख दिए। उस तो बाद मैं गल करदा molecular crystalline solid दी। They have molecules as an constituent particle। हुण molecules दे विच फिर किहड़ियां attraction होणियां? They have weak van der Waals forces, dispersion forces, London forces, हाइड्रोजन बॉन्डिंग, कुछ इदां दे बॉन्ड होणगे उन्हां दे विच। जिहड़े दो मॉलीक्यूल ने होणगे, बल्क की दो प्रॉपर्टी की गल करोगे, हो सकता दोनों नॉन पोलर होण, दोनों पोलर होण, एक पोलर एक नॉन पोलर, तो डिपेंड करता। अट्रैक्शन ज़्यादातर केसिस दे विच वीक van der Waals फोर्सिस ऑफ अट्रैक्शन होणगियां मॉलीक्यूल दे विच। मॉलीक्यूल एज एन कॉन्स्टेंट पार्टिकल, वीक van der Waals फोर्सिस ऑफ अट्रैक्शन, दैट्स वाई इन्हां दा मेल्टिंग ते बॉइलिंग पॉइंट बहुत घट होएगा, वीक होएगा, शार्प नहीं होएगा, नॉट सॉल्यूबल इन वाटर होंगे। उस तो बाद इन्हां दी गल करांगे आपां एग्जाम्पल, जिद्दां I2 सॉलिड आयोडीन, सॉलिड HCl, सॉलिड अमोनीआ, इहदी एग्जाम्पल है। उस तो बाद आ जांदा मैटालिक क्रिस्टलाइन सॉलिड। मैटालिक क्रिस्टलाइन सॉलिड दे विच लिखो, दे हैव
पॉजिटिव चार्ज कर्नल एंड कर्नल ठीक है जी, पॉजिटिव चार्ज कर्नल एंड नैगेटिवली चार्ज या नैगेटिव सी ऑफ इलैक्ट्रॉन, सी समुंदर, सी ऑफ इलैक्ट्रॉन एज एन कॉन्स्टेंट पार्टिकल। हुण ये चीज़ की आई है, नवा पॉइंट है, ध्यान नाल देखो। जिवें मान लो आयरन हुंदा है, हो सकता हो आयरन 2 पॉजिटिव होवे, आयरन 3 पॉजिटिव होवे, ये 2 इलैक्ट्रॉन निकले, 3 इलैक्ट्रॉन निकले, तो जिहड़ा पॉजिटिव पार्ट हुंदा है आयरन के ब्लॉक दे विच इस फॉर्म च हुंदे ने 2 पॉजिटिव 3 पॉजिटिव, नाल उहदे इलैक्ट्रॉन हुंदे ने, विच ही हुंदे ने। तो ये पॉजिटिव पार्ट नूं कर्नल, साइंटिफिकली केमिस्ट्री दे विच इहनूं कर्नल का नाम दिता जाता है। तो नैगेटिवली जिहड़ा सी ऑफ इलैक्ट्रॉन, समुंदर ऑफ इलैक्ट्रॉन क्यों कहा गया, या वो दुगने होणगे या तिगने होणगे, 3 टाइम होणगे या 2 टाइम होणगे। पॉजिटिव चार्ज कर्नल, नेगेटिवली चार्ज सी ऑफ इलैक्ट्रॉन behave as an constant particle. They have strong attraction, high melting boiling point, good conductor of heat and electricity, but star point बना दें। कंडक्टेंस जिहड़ी हैगी है डिक्रीजेस अप टू, ਜਾਂ ਤੁਸੀਂ ਲਾ ਲਓ एट ए पर्टिकुलर टैंपरेचर तक कंडक्टेंस इंक्रीज करती है, दैन डिक्रीजेस। कंडक्टेंस इंक्रीजेज अप टू ए पर्टिकुलर टैंपरेचर, आफ्टर दैट इट डिक्रीजेस। कहना भाव एट हाई लो टैंपरेचर दे आर गुड कंडक्टर, बट एट हाई टैंपरेचर दे आर बैड कंडक्टर। ये दोनों दे विच मैटालिक ते आयनिक सब तो मेजर डिफरेंस है। ਇਹਦਾ ਕਾਰਨ ਕੀ ਹੈ ਵੀ ਥੋੜ੍ਹਾ ਜਿਹਾ ਦੱਸ ਦਿੰਦਾ। ਇਹਦੇ 'ਚ ਲੈਟ ਇਹ ਪੋਜ਼ਿਟਿਵ ਚਾਰਜ ਕਰਨ ਨਾਲ ਨੇ, ਆਇਰਨ 2 ਪੋਜ਼ਿਟਿਵ ਆ, ਆਇਰਨ 3 ਪੋਜ਼ਿਟਿਵ ਹੈ, ਇੱਥੇ ਇਲੈਕਟ੍ਰੋਨ ਪਏ ਨੇ ਬਹੁਤ ਜ਼ਿਆਦਾ, 2 ਪੋਜ਼ਿਟਿਵ 3 ਪੋਜ਼ਿਟਿਵ ਪਏ, ਇਹਨੂੰ ਕਨੈਕਟ ਕਰਤਾ ਮੈਂ ਸਰਕਟ ਦੇ ਨਾਲ। ਲੋ ਟੈਂਪਰੇਚਰ ਹੋਇਆ ਤਾਂ ਇਲੈਕਟ੍ਰੋਨ ਬਹੁਤ ਛੋਟਾ ਸਾਈਜ਼ ਹੁੰਦਾ, ਇਲੈਕਟ੍ਰੋਨ ਨੇ એનર્ਜੀ ਲਈ ਤਾਂ ਉਹਨੇ ਸਰਕਟ ਕੰਪਲੀਟ ਕੀਤਾ, ਫਲੋ ਆਫ ਇਲੈਕਟ੍ਰੋਨ ਇਜ਼ ਨੋਨ ਐਜ਼ ਕਰੰਟ, ਤਾਂ ਗੁੱਡ ਕੰਡਕਟਰ ਹੋ ਗਈ। ਕੁਛ ਟਾਈਮ ਤੱਕ ਜਿਹੜੇ ਹੈਗੇ ਨੇ ਇਲੈਕਟ੍ਰੋਨ ਜਿਹੜੇ એનર્ਜੀ ਲੈਂਦੇ ਰਹਿਣਗੇ ਅਤੇ ਕੰਡਕਟਰ ਇਹ ਬਿਹੇਵ ਕਰਦਾ ਜਾਏਗਾ। ਬਟ ਮੈਂ ਬੋਲਿਆ ਜਦੋਂ ਕਿ ਹਾਈ ਟੈਂਪਰੇਚਰ, ਐਟ ਹਾਈ ਟੈਂਪਰੇਚਰ ਦੇ ਉੱਤੇ ਕੀ ਹੈ, ਅਲੋਂਗ ਵਿਦ ਇਲੈਕਟ੍ਰੋਨ ਜਿਹੜੇ ਕਰਨਲ ਹੋਣਗੇ ਇਹ ਵੀ એનર્ਜੀ ਲੈ ਲੈਣਗੇ, ਕਿਉਂਕਿ ਆਪਾਂ ਟੈਂਪਰੇਚਰ ਇਨਕਰੀਜ਼ ਕਰ ਰਹੇ ਹਾਂ। ਜ਼ਰੂਰੀ ਥੋੜ੍ਹੀ ਹੈ ਜਿੰਨਾ ਉੱਥੇ ਮਟੀਰੀਅਲ ਸਾਰਾ ਹੋਏਗਾ, ਲੋਹਾ ਗਰਮ ਹੋਏਗਾ ਤਾਂ ਮਤਲਬ ਆਇਰਨ ਵੀ ਜਿਹੜਾ ਹੈਗਾ એનર્ਜੀ ਲਊਗਾ। ਜਦੋਂ ਆਇਰਨ ਨੇ એનર્ਜੀ ਲਈ, ਉਹ ਕਰਨਲ ਕੀ ਕਰਨਗੇ, ਆਪਣੇ ਮੇਨ ਪੋਜੀਸ਼ਨ ਦੇ ਅਰਾਊਂਡ ਟੂ ਐਂਡ ਫਰੋ ਮੋਸ਼ਨ, ਕਹਿਣ ਦਾ ਭਾਵ ਔਸੀਲੇਸ਼ਨ ਸ਼ੁਰੂ ਕਰ ਦੇਣਗੇ, ਵਾਈਬ੍ਰੇਸ਼ਨ ਕਰਨੀਆਂ ਸ਼ੁਰੂ ਕਰ ਦੇਣਗੇ। ਜਦੋਂ ਉਹ ਵਾਈਬ੍ਰੇਸ਼ਨ ਕਰਨੀਆਂ ਸ਼ੁਰੂ ਕਰ ਦੇਣਗੇ ਤਾਂ ਉਹ ਜਿਹੜੇ ਇਲੈਕਟ੍ਰੋਨ ਨੇ ਸਰਕਟ ਕੰਪਲੀਟ ਕਰਨਾ, ਉਹਨਾਂ ਦੇ ਰਾਹ ਦੇ ਵਿੱਚ ਓਬਸਟੇਕਲਸ ਬਣ ਜਾਣਗੇ। ਦੇ ਪੁੱਟ ਓਬਸਟੇਕਲਸ ਇਨ ਦਾ ਪਾਥ ਆਫ ਇਲੈਕਟ੍ਰੋਨ, ਅਤੇ ਸਰਕਟ ਜਿਹੜਾ ਹੈਗਾ ਸਲੋ ਕੰਪਲੀਟ ਹੋਣ ਲੱਗ ਜਾਏਗਾ। दैट्स वाई विद इंक्रीज इन टैंपरेचर, राइज इन टैंपरेचर ਜਾਂ एट हायर टैंपरेचर दे बिकम बैड कंडक्टर। होप के ਤੁਹਾਨੂੰ समझ आ गया होगा। एक क्रिस्टलाइन दसी, एक स्टार पॉइंट होर बना लो। सिलिकॉन डाइऑक्साइड जी होंगी है SiO2, अगर ये रैगूलरली अरेंजड है, इरेगूलरली अरेंजड है, रैगूलरली अरेंज का क्रिस्टलाइन बन जाती है, इन्हू क्वार्ट्स का नाम है, QUARTZ, क्वार्ट्स बन जाता है। अगर यही रैगूलरली अरेंज है तो अमॉर्फियस बन जाता है, इन्हू गलास कहते हैं जी, ਇਹਨੂੰ ਕੀ ਕਹਿੰਦੇ ਨੇ, ਗਲਾਸ ਕਹਿੰਦੇ ਨੇ, ਯਾਦ ਰੱਖਿਓ। ਹੁਣ ਨੈਕਸਟ ਟੌਪਿਕ ਆਉਂਦਾ ਹੈ, ਹੋਪ ਕਿ ਤੁਹਾਨੂੰ ਸਮਝ ਆ ਗਿਆ ਉਹ ਸੋਲਿਡ ਦੀਆਂ ਕਿਸਮਾਂ ਟਾਈਪਸ ਹੋ ਗਈਆਂ, ਫਰਦਰ ਉਹਦੀਆਂ ਸਬ ਟਾਈਪਸ ਹੋ ਗਈਆਂ, ਹੋਪ ਸਮਝ ਆ ਗਿਆ। ਹੁਣ ਨੈਕਸਟ ਆਪਾਂ ਸੋਲਿਡ ਨੂੰ 3D ਸਟੱਡੀ ਕਰਦੇ ਹਾਂ, ਕਿਉਂਕਿ ਆਪਣੀ ਸੋਲਿਡ ਸਟੇਟ ਜਿਹੜੀ ਸਟੱਡੀ ਹੈ ਤੁਹਾਡੀ 3D ਸਟੱਡੀ ਹੈ +2 ਦੇ ਵਿੱਚ। ਇਮੈਜੀਨੇਸ਼ਨ ਜਿਹੜੀ ਹੈਗੀ ਹੈ ਥੋੜ੍ਹਾ ਜਿਹਾ ਜ਼ਿਆਦਾ ਯੂਜ਼ ਹੋਊਗੀ, ਉਹਦੇ ਲਈ ਵੀ ਸ਼ਾਰਟਕਟ ਦੱਸੂਗਾ, ਟ੍ਰਿਕਸ ਦੱਸੂਗਾ, ਥੋੜ੍ਹਾ ਧਿਆਨ ਨਾਲ ਸਮਝਣਾ। ਸਭ ਤੋਂ ਪਹਿਲੀ ਆਪਾਂ ਗੱਲ ਕਰਦੇ ਹਾਂ ਕਿ ਦੀ डेफिनेशन, नैक्सट वन स्पेस लैटिस। स्पेस लैटिस लिखो जी, इट इज़ द 3D अरेंजमेंट, 3D अरेंजमेंट ऑफ एन सॉलिड इन स्पेस। हुण मान लो मैं गल करदा, एक सिंपल जी एग्जाम्पल लैना है, लैट मेरे कोले इत्थे लै लो 3D दे विच स्टडी करांगे, एक्स एक्सिस होगी, लैट ये वाई एक्सिस होगी, जेड एक्सिस होगी, 3 तो एक्सिस हो गई। ਇਹਦੇ ਵਿੱਚ ਲੈਟ ਅਲਫਾ ਐਂਗਲ ਹੈ, ਇਹਦੇ ਵਿੱਚ ਲੈਟ ਬੀਟਾ ਐਂਗਲ ਹੈ, ਇਹਦੇ ਵਿੱਚ ਲੈਟ ਗਾਮਾ ਐਂਗਲ ਹੈ, ਇਹਨਾਂ ਦੇ ਵਿੱਚ ਐਂਗਲ ਵੀ ਹੋ ਗਏ। ਤਾਂ ਹੁਣ 3 ਐਕਸਿਸ ਨੇ, ਉਹਨਾਂ ਦੇ ਵਿਚਕਾਰ ਐਂਗਲ ਵੀ ਹੋ ਗਿਆ, 6 ਪੈਰੀਮੀਟਰ ਹੋ ਗਏ ਆਪਣੇ ਕੋਲ। ਤਾਂ 3D ਸਟੱਡੀ ਕਰਨੀ ਹੈ ਆਪਾਂ, ਤਾਂ ਸਪੇਸ ਦੇ ਵਿੱਚ ਜਿਹੜੀ ਸਟੱਡੀ ਕਰਨੀ ਹੈ, ਸਪੇਸ ਲੈਟਿਸ ਨੂੰ ਤੁਸੀਂ ਕੀ ਕਹੋਗੇ, 3D ਅਰੇਂਜਮੈਂਟ ਆਫ ਕੌਂਸਟੈਂਟ ਪਾਰਟੀਕਲ ਆਫ ਐਨੀ ਸੋਲਿਡ ਇਨ ਸਪੇਸ ਇਜ਼ ਨੋਨ ਐਜ਼ ਸਪੇਸ ਲੈਟਿਸ। ਹੁਣ ਸਪੇਸ ਤਾਂ ਬਹੁਤ ਵੱਡਾ, ਸਪੇਸ ਲੈਟਿਸ ਬਹੁਤ ਵੱਡੀ ਹੈ। ਤਾਂ ਸਾਇੰਟਿਸਟ ਨੇ ਕੀ ਕਿਹਾ, ਕਹਿੰਦੇ ਵੀ ਆਪਾਂ ਸਪੇਸ ਲੈਟਿਸ ਦਾ ਕੋਈ ਛੋਟਾ ਜਿਹਾ ਪਾਰਟ ਲੈ ਕੇ ਸਟੱਡੀ ਕਰਦੇ ਹਾਂ, ਇਨਟੂ ਜਿੰਨੇ ਉਹਦੇ ਸਪੇਸ ਲੈਟਿਸ ਦੇ ਪਾਰਟ ਬਣ ਜਾਣਗੇ ਇਕੁਅਲ ਡਿਵਾਈਡ ਕਰਾਂਗੇ, ਇਨਟੂ ਕਰਕੇ ਜਿਹੜਾ ਹੈਗਾ ਆਪਣੇ ਮੰਨ ਲਓ 10 ਪਾਰਟ ਬਣੇ, 5 ਬਣੇ, 8 ਬਣੇ,
ਤੁਹਾਡੇ ਸਿਲੇਬਸ 'ਚ 8 ਪਾਰਟ ਵਾਲੀ ਸਟੱਡੀ ਹੈ ਕਿ ਉਹਦਾ ਕੀ ਕਾਰਨ ਉਹ ਵੀ ਅੱਗੇ ਦੱਸੂਗਾ। ਤਾਂ ਇਨਟੂ 8 ਕਰਕੇ ਆਪਣੀ ਸਾਰੀ ਸਪੇਸ ਲੈਟਿਸ ਦੀ ਕਹਿੰਦੇ ਸਟੱਡੀ ਆ ਜਾਓ। ਤਾਂ ਉਹਨਾਂ ਨੇ ਛੋਟਾ ਜਿਹਾ ਪਾਰਟ ਦਾ ਨਾਮ ਰੱਖਤਾ ਯੂਨਿਟ ਸੈੱਲ। ਨੈਕਸਟ ਡੈਫੀਨੇਸ਼ਨ ਦਿਓ ਯੂਨਿਟ ਸੈੱਲ। ਯੂਨਿਟ ਸੈੱਲ ਦੀ ਹੁਣ ਜੇ ਆਪਾਂ ਗੱਲ ਕਰਦੇ ਹਾਂ ਸੋਲਿਡ ਦਾ ਹੀ ਹੋਏਗਾ। ਯੂਨਿਟ ਸੈੱਲ ਕੀ ਹੈ? ਸਮਾਲੈਸਟ ਪਾਰਟ ਆਫ ਦਾ ਸਪੇਸ ਲੈਟਿਸ which repeat itself and give the property of whole space lattice। ਰਿਪੀਟ ਕਰਦਾ ਰਹਿੰਦਾ ਹੈ। ਕਿੰਨੇ ਯੂਨਿਟ ਸੈੱਲ ਬਣ ਗਏ? ਲੈਟ 8 ਬਣ ਗਏ। ਤੁਹਾਡੇ ਸਿਲੇਬਸ 'ਚ 8 ਵਾਲਾ ਹੈ ਤਾਂ ਇਨਟੂ 8 ਕਰਕੇ ਇੱਕ ਦੀ ਸਟੱਡੀ ਹੋਊਗੀ, ਇਨਟੂ 8 ਕਰਕੇ ਸਾਰੀ ਸਪੇਸ ਲੈਟਿਸ ਦੀ ਸਟੱਡੀ ਹੋਊਗੀ। ਤਾਂ ਯੂਨਿਟ ਸੈੱਲ ਹੋ ਠੀਕ ਹੈ ਜੀ। ਹੋਪ ਸਮਝ ਆ ਗਿਆ ਹੋ। ਹੁਣ ਆਪਾਂ ਗੱਲ ਕਰਦੇ ਹਾਂ ਯੂਨਿਟ ਸੈੱਲ ਦੇ ਵੀ ਤਾਂ ਇਹ 6 ਪੈਰੀਮੀਟਰ ਹੋਣਗੇ। ਲੈਂਥ, ਵਿਡਥ, ਹਾਈਟ, ਅਲਫਾ, ਬੀਟਾ, ਗਾਮਾ, ਐਂਗਲ। ਤਾਂ ਆਪਣੇ ਕੋਲੇ ਅੱਗੇ ਸਟਾਰਟ ਪੁਆਇੰਟ ਬਣਾ ਲਓ। ਦੇਰ ਆਰ 7 ਟਾਈਪ ਆਫ ਯੂਨਿਟ ਸੈੱਲਸ। 7 ਟਾਈਪ ਦੇ ਯੂਨਿਟ ਸੈੱਲ ਬਣ ਜਾਂਦੇ ਨੇ ਪੈਰੀਮੀਟਰ ਦੇ ਬੇਸਿਸ ਦੇ ਉੱਪਰ। ਹੁਣ ਇੱਕ ਟ੍ਰਿਕ ਦੱਸਣ ਜਾ ਰਹੇ ਹਾਂ। ਐਗਜ਼ਾਮ ਦੇ ਵਿੱਚ ਤੁਹਾਨੂੰ ਇੱਕ ਕੁਐਸਚਨ ਇਹਦੇ 'ਚ ਆਊਗਾ ਹੀ ਆਊਗਾ ਸਬਜੈਕਟਿਵ 'ਚ। ਓਬਜੈਕਟਿਵ ਦੇ ਵਿੱਚ ਵੀ ਘੱਟੋ ਘੱਟ ਇੱਕ ਵੱਧੋ ਵੱਧ 2 ਕੁਐਸਚਨ ਆਉਂਦੇ ਨੇ 4-4 ਨੰਬਰ ਦੇ। ਦੇਖ ਕਿਸੇ ਬੱਚੇ ਦੇ ਲਰਨ ਨਹੀਂ ਹੁੰਦੇ ਇਹ ਯੂਨਿਟ ਸੈੱਲ। ਤੁਹਾਨੂੰ ਉੱਥੇ ਪੈਰੀਮੀਟਰ ਦੇ ਦੇਣਗੇ ਲੈਂਥ, ਵਿਡਥ, ਹਾਈਟ ਦੇ ਬੇਸਿਸ ਦੇ ਉੱਪਰ ਕੋਈ ਨਾ ਕੋਈ ਗਲਤੀ ਰਹਿ ਹੀ ਜਾਂਦੀ ਹੈ। ਇਹਦੇ ਲਈ ਇੱਕ ਸ਼ਾਰਟਕਟ ਬਣਾਇਆ ਹੋਇਆ, ਇਹਨੂੰ ਤੁਸੀਂ ਧਿਆਨ ਨਾਲ ਸਮਝਣਾ ਵੀ ਕਿਹੜੇ ਯੂਨਿਟ ਸੈੱਲ ਦੀਆਂ ਕਿਹੜੀਆਂ ਪੈਰੀਮੀਟਰਸ ਹੁੰਦੇ ਨੇ। ਬੜਾ ਆਸਾਨ ਹੈ। ਲਿਖ ਲਓ 7 ਟਾਈਪ ਆਫ ਯੂਨਿਟ ਸੈੱਲ। ਹੁਣ ਲਿਖੋ ਤੁਸੀਂ ਕੀ ਲਿਖਣਾ ਹੈ, ਉਹਨੂੰ ਮੈਂ ਤੁਹਾਨੂੰ ਪ੍ਰੂਵ ਕਰਕੇ ਦਿਖਾਉਣਾ। ਛੋਟਾ ਜਿਹਾ ਪਾਰਟ ਹੈ, ਬੜਾ ਆਸਾਨ ਹੈ। 7 ਟਾਈਪ ਦੇ ਵਿੱਚ ਤੁਸੀਂ ਲਿਖਣਾ ਸਭ ਤੋਂ ਪਹਿਲਾਂ ਟ੍ਰਿਕ ਜਿਹੜੀ ਟਮੋ ਟਕ। ਕੀ ਲਿਖੋਗੇ? ਟਮੋ ਟਕ। ਟ ਮੋ ਟਕ ਇਹ ਲਿਖਣਾ ਪਹਿਲਾਂ ਤੁਸੀਂ ਟਮੋ ਟਕ। ਟਮੋ ਟਕ ਨੂੰ ਕੀ ਲਿਖਣਾ? ਪਹਿਲਾ ਟੀ ਜਿਹੜਾ ਟਰਾਈ ਕਲੀਨਿਕ ਹੈ, ਦੂਸਰਾ ਐਮ ਜਿਹੜਾ ਮੋਨੋਕਲੀਨਿਕ ਹੈ, ਉਹ ਹੈ ਆਰਥੋਰੋਮਬਿਕ ਹੈ। ਅਗਲਾ ਟੀ ਜਿਹੜਾ ਟੈਟਰਾਹੈਡਰਲ ਹੈ। ਇਹਨਾਂ 'ਚ ਕਨਫਿਊਜ਼ ਨਹੀਂ ਹੋਣਾ। ਪਹਿਲਾ ਟਰਾਈ ਕਲੀਨਿਕ ਹੈ ਤਾਂ ਨੈਕਸਟ ਵਨ ਟੈਟਰਾਹੈਡਰਲ। ਸੀ ਕੀ ਹੈ? ਕਿਊਬਿਕ ਹੈ। 5 ਤੱਕ ਤੁਹਾਡਾ ਇਹ ਟਮੋ ਟਕ ਹੋ ਜਾਊਗਾ ਪੂਰਾ। ਇਹਨਾਂ ਦੀਆਂ ਯੂਨਿਟਸ ਜਿਹੜੀਆਂ ਸਾਈਟਸ ਨੇ ਉਹ ਬਾਰੇ ਉਹਦੇ ਬਾਰੇ ਦੱਸਦਾ। ਬੜਾ ਆਸਾਨ ਹੈ। ਤੁਸੀਂ ਪਤਾ ਕੀ ਕਰਨਾ? ਲੈਟ ਏ ਬੀ ਸੀ ਇਹਨਾਂ ਦੀਆਂ ਲੈਂਥ ਹੈ, ਵਿਡਥ ਹੈ ਅਤੇ ਹਾਈਟ ਹੈ। 3 ਡਾਇਮੈਂਸ਼ਨ ਨੇ। ਅਲਫਾ, ਬੀਟਾ, ਗਾਮਾ ਮੈਂ ਇਹਨਾਂ ਦਾ ਐਂਗਲ ਲੈ ਲਿਆ। ਤਾਂ ਤੁਸੀਂ ਕੀ ਕਰਨਾ? ਚੁੱਪ ਚਾਪ ਸਾਰਿਆਂ ਦੇ ਵਿੱਚ A = B = C, ਅਲਫਾ = ਬੀਟਾ = ਗਾਮਾ = 90 ਕਰ ਦੇਣਾ ਟਮੋ ਟਕ ਦੇ ਵਿੱਚ। A = B = C, A = B = C, 4 ਹੋ ਗਏ 5। A = B = C, अल्फ़ा 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 = बीटा बीटा गामा गामा = 90। ਇੰਨਾ ਕੁ ਤਾਂ ਲਿਖ ਸਕਦੇ ਹੋ। ਇਹ ਤਾਂ ਕੋਈ ਲਰਨ ਕਰਨ ਵਾਲੀ ਚੀਜ਼ ਨਹੀਂ ਹੈਗੀ। ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ? ਟਮੋ ਟਕ ਦੀ ਗੱਲ ਦੱਸਣੀ। 5 ਦੀ 7 ਹੁੰਦੇ ਨੇ 5 ਦੇ। ਇਹ ਲਿਖਣ ਤੋਂ ਬਾਅਦ ਪਹਿਲੇ ਦੇ ਵਿੱਚ ਤੁਸੀਂ ਸਾਰਿਆਂ ਦੇ ਵਿੱਚ ਜਿੱਥੇ = ਲਿਖਿਆ ਸਾਰੇ 'ਤੇ ਕਾਟੀ ਮਾਰ ਦਿਓ। ਸਾਰੇ 'ਤੇ ਕਾਟੀ ਮਾਰ ਦਿਓ। ਮਾਰਤੀ। ਇਹ ਟਰਾਈ ਕਲੀਨਿਕ ਦੇ ਡਾਇਮੈਂਸ਼ਨ ਹੁੰਦੇ ਨੇ। ਨਾ ਤਾਂ ਕੋਈ ਲੈਂਥ, ਵਿਡਥ, ਹਾਈਟ ਕੋਈ ਵੀ ਆਪਸ ਇਕੁਅਲ ਨਹੀਂ ਹੁੰਦਾ, ਨਾ ਹੀ ਕੋਈ ਐਂਗਲ ਇਕੁਅਲ ਹੁੰਦਾ, ਨਾ ਹੀ 90 ਹੁੰਦਾ। ਠੀਕ ਹੈ ਜੀ। ਉਸ ਤੋਂ ਬਾਅਦ ਨੈਕਸਟ ਦੇ ਵਿੱਚ ਤੁਸੀਂ 2 ਇਕੁਅਲ ਛੱਡ ਦੇਣੇ ਨੇ। 2 ਇਕੁਅਲ ਛੱਡ ਕੇ ਅੱਗੇ ਕਾਟੇ ਮਾਰਨੇ ਨੇ। ਮਾਰਤੇ ਜੀ। ਫਿਰ ਇੱਕ ਛੱਡ ਦੇਣਾ ਹੈ, ਫਿਰ ਇੱਕ ਛੱਡ ਦੇਣਾ ਹੈ, ਫਿਰ ਸਾਰੇ ਛੱਡ ਗਏ। ਪਹਿਲਾਂ ਸਾਰਿਆਂ 'ਤੇ ਮਾਰਨਾ ਹੈ, ਫਿਰ 2 ਇਕੁਅਲ ਛੱਡ ਕੇ ਕਾਟੇ ਮਾਰਨੇ ਆ। ਫਿਰ ਅਗਲੇ 'ਚ ਇੱਕ ਛੱਡ ਦੇਣਾ, ਮਤਲਬ ਆਹ ਛੱਡਿਆ ਜਾਊਗਾ, ਆਹ ਦੋਨਾਂ 'ਤੇ ਮਾਰਤੇ। ਅਗਲੇ 'ਚ ਫਿਰ ਇੱਕ ਛੱਡ ਦੇਣਾ, ਆਹ ਛੱਡਿਆ ਜਾਊ, ਇਕੱਲੇ 'ਤੇ ਮਾਰਤੇ, ਅਗਲੇ 'ਤੇ ਵੀ ਛੱਡ ਦੇਣਾ ਸਾਰੇ। ਦੇਖੋ ਤੁਸੀਂ ਕਿਊਬਿਕ ਦੇ ਕੀ ਹੁੰਦਾ ਹੈ। ਕਿਊਬ ਦਾ ਤੁਹਾਨੂੰ ਪਤਾ ਹੋਏਗਾ ਲੈਂਥ, ਵਿਡਥ, ਹਾਈਟ ਇਕੁਅਲ ਹੁੰਦੀ ਹੈ। ABC ਇਕੁਅਲ ਹੈ, ਸਾਰੇ ਐਂਗਲ ਇਕੁਅਲ ਹੈ, 90 ਬਣ ਗਿਆ। ਕੀ ਇਹ ਯਾਦ ਕਰਨਾ ਮੁਸ਼ਕਿਲ ਹੈ? ਹੁਣ ਕਿਸੇ ਵੀ ਟਮੋ ਟਕ ਦੇ ਵਿੱਚ ਤੁਹਾਨੂੰ ਪੁੱਛ ਲੈਣ ਵੀ ਇਹਦੀ ਦੱਸੋ ਜੀ ਡਾਇਮੈਂਸ਼ਨ ਕੀ ਹੋਊਗੀ, ਤਾਂ ਤੁਸੀਂ ਈਜ਼ੀਲੀ ਬਣਾ ਕੇ ਜਿਹੜਾ ਹੈਗਾ ਤੁਸੀਂ ਆਨਸਰ ਦੇ ਸਕਦੇ ਹੋ ਟਮੋ ਟਕ ਦੇ ਬੇਸਿਸ ਦੇ ਉੱਪਰ। ਕੀ ਇਹਨਾਂ ਦੀਆਂ 2 ਸਾਈਡ ਇਕੁਅਲ ਨੇ, 2 ਐਂਗਲ ਇਕੁਅਲ ਨੇ। ਨੈਕਸਟ ਮੈਂ ਹੈਕਸਾਗਨਲ ਦੀ ਗੱਲ ਕਰਦਾ। ਹੈਕਸਾਗਨਲ ਦੇ ਵਿੱਚ 2 ਸਾਈਡਸ ਇਕੁਅਲ ਹੁੰਦੀਆਂ। A = B ਹੁੰਦੀ ਹੈ, ਜਾਂ A = C ਜਾਂ B = C, ਕੋਈ ਵੀ ਲਿਖ ਦਿਓ। 2 ਸਾਈਡ ਇਕੁਅਲ ਹੁੰਦੀਆਂ, ਤੀਜੀ ਇਕੁਅਲ ਨਹੀਂ ਹੁੰਦੀ। ਸਿਮਿਲਰਲੀ 2 ਸਾਈਡ ਇਕੁਅਲ ਨੇ ਤਾਂ 2 ਐਂਗਲ ਅਲਫਾ ਬੀਟਾ ਇਕੁਅਲ ਹੋਣਗੇ ਅਤੇ ਗਾਮੇ ਦੇ ਇਕੁਅਲ ਨਹੀਂ ਹੋਣਗੇ, ਉਹ 90 ਨਹੀਂ ਹੋਊਗਾ। ਮਤਲਬ 2 ਜਿਹੜੇ ਹੋਣਗੇ 90 ਹੋਣਗੇ, ਇੱਕ ਕੀ ਹੋ ਜਾਏਗਾ 120 'ਤੇ ਲਿਖ ਲਓ। ਬੜੀ ਆਸਾਨ ਹੈ। 2 ਸਾਈਡ ਇਕੁਅਲ ਨੇ, 2 ਐਂਗਲ ਇਕੁਅਲ। ਰੋਮਬੋਹੈਡਰਲ ਦੀ ਕੇਸ ਦੇ ਵਿੱਚ ਕੀ ਲਿਖੋਗੇ ਤੁਸੀਂ? ਫਿਰ ਉਹ A = B = C ਕਰ ਦੋਗੇ, ਅਲਫਾ = ਬੀਟਾ = ਗਾਮਾ ਕਰ ਦੋਗੇ। ਠੀਕ ਹੈ ਜੀ। ਸਾਰਾ ਸਹੀ ਚੱਲੂਗਾ। = 90। ਬਸ ਇੱਥੇ 90 ਵਾਲੇ 'ਚ ਘਾਟਾ ਮਾਰਨਾ। ਬਾਕੀ ਸਾਰੀਆਂ ਸਾਈਡ ਇਕੁਅਲ ਹੁੰਦੀਆਂ, ਇਹ ਵੀ ਇਕੁਅਲ ਹੁੰਦਾ, ਪਰ ਐਂਗਲ 90 ਕੋਈ ਨਹੀਂ ਹੁੰਦਾ। ਹੋਪ ਕਿ 7 ਦੇ 7 ਤੁਹਾਨੂੰ ਜਿਹੜੇ ਹੈਗੇ ਨੇ ਯੂਨਿਟ ਸੈੱਲ ਟਮੋ ਟਕ ਦੇ ਨਾਲ 5 2 ਜਿਹੜੇ ਅੱਗੇ ਬਚ ਜਾਂਦੇ ਨੇ।
ਹੈਕਸਾਗਨਲ ਤੇ ਰੰਬੋਹੈਡਰਲ ਤੁਹਾਨੂੰ ਕਲੀਅਰ ਹੋ ਗਏ ਹੋਣਗੇ, ਹੈ ਨਾ ਜੀ। ਤੇ ਅੱਜ ਲਈ ਇੰਨਾ ਕਾਫੀ, ਹੋਪ ਕਿ ਸਮਝ ਆ ਗਿਆ ਹੋਊਗਾ। ਆਲ ਦਾ ਬੈਸਟ, ਨੋਟਸ ਪ੍ਰੋਪਰ ਬਣਾਓ। ਓਕੇ।